ਵਾਹਿਗੁਰੂ ਜੀ। ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇਕ ਸਰਨਾ। ਮਿਲੈ ਦਾਨ ਸੰਤਰੇਨ ਜਿਹੇ ਲਗ ਭਵ ਜਲ ਤਰਨਾ। ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ। ਦੇਹੋ ਦਰਸ ਮਨ ਚਾਉ ਭਗਤ ਇਹ ਮਨ ਠਹਿਰਾਵੈ। ਬਲਿਓ ਚਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ। ਇਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਬਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵੋ ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸ਼ਬਦ ਸਰੇ। ਗਾਵੈ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ। ਗਾਵੈ ਇੰਦਰਾਦ ਭਗਤ ਪ੍ਰਹਿਲਾਦ ਕੇ ਆਤਮ ਰਸ ਜਨ ਜਾਣਿਓ। ਕਬ ਕਲ ਸੋ ਜਸ ਗਾਵੋ ਗੁਰ ਨਾਨਕ ਰਾਜ ਜੋਗ ਜਨ ਮਾਣਿਓ। ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਤਰਿਆ ਰੇ। ਗੁਰ ਨਾਨਕ ਜਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ। ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਪਹਿਲੇ ਪਾਤਸ਼ਾਹ ਆਦਿ ਗੁਰੂ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਸਹਿਤ ਗੁਰੂ ਚਰਨਾਂ ਵਿੱਚ ਇਕੱਤਰ ਹੋ ਕੇ ਮਨਾ ਰਹੇ ਹੋ। ਮਹਾਂਪੁਰਸ਼ਾਂ ਨੇ ਉਦਮ ਕੀਤਾ ਹੈ ਜੋ ਸਾਲਾਨਾ ਗੁਰਮਤਿ ਸਮਾਗਮ ਆਯੋਜਿਤ ਕੀਤੇ ਹਨ। ਅੱਜ ਦਾ ਇਹ ਭਾਗਾਂ ਭਰਿਆ ਦਿਨ ਕੱਤਕ ਦੀ ਪੂਰਨਮਾਸ਼ੀ ਦਾ ਦਿਨ। ਗੁਰਸਿੱਖਾਂ ਦੇ ਬੱਚਿਆਂ ਨੂੰ ਪੁੱਛੋ ਕੱਤਕ ਦੀ ਪੂਰਨਮਾਸ਼ੀ ਹਰ ਇੱਕ ਸਿੱਖ ਜਾਣਦਾ ਕਿ ਪਵਿੱਤਰ ਉਹ ਦਿਹਾੜਾ ਹੈ ਜਿਸ ਦਿਨ ਸਾਡੇ ਬਾਨੀ ਸਿੱਖ ਪੰਥ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ। ਅਕਸਰ ਪਿੰਡਾਂ ਵਿੱਚ ਨਗਰਾਂ ਵਿੱਚ ਪ੍ਰਭਾਤ ਫੇਰੀਆਂ ਅੰਦਰ ਇਹ ਪੰਕਤੀ ਪੜ੍ਹੀ ਜਾਂਦੀ ਹੈ, ਕੱਤਕ ਦੀ ਪੂਰਨਮਾਸ਼ੀ ਮੇਲਾ ਨਨਕਾਣੇ ਦਾ। ਇਹ ਧਾਰਨਾ ਅਕਸਰ ਅਸੀਂ ਛੋਟੇ ਹੁੰਦਿਆਂ ਪ੍ਰਭਾਤ ਫੇਰੀਆਂ ਵਿੱਚ ਸੁਣਦੇ ਰਹੇ ਹਾਂ, ਪੜ੍ਹਦੇ ਰਹੇ ਹਾਂ। ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ।
ਤੱਕਿਆ ਮੈਂ ਬਾਬਰ ਦੇ ਦਰਬਾਰ, ਇੱਕ ਮਸਤਾਨਾ ਜੋਗੀ। ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ, ਯਾਨੀ ਕਿ ਅੱਜ ਦੇ ਦਿਨ, ਸੰਮਤ ਬਿਕਰਮੀ 1526 ਨੂੰ 27 ਨਛੱਤਰ ਵਾਲੇ ਦਿਨ ਅੰਮ੍ਰਿਤ ਵੇਲੇ ਇਲਾਹੀ ਨੂਰ ਖੁਦ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਇਸ ਮਾਤ ਲੋਕ ਦੀ ਧਰਤੀ ਤੇ ਪ੍ਰਗਟ ਹੋਏ, ਪ੍ਰਕਾਸ਼ ਧਾਰਨ ਕਰਕੇ ਆਏ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰੇ। ਖੁਦ ਨਿਰੰਕਾਰ ਅਕਾਲ ਪੁਰਖ ਜੀ ਇਸ ਮਾਤ ਲੋਕ ਦੀ ਧਰਤੀ ਤੇ ਅਵਤਰਤ ਹੋਏ। ਐਸੇ ਦੀਨ ਦਿਆਲ ਸਤਿਗੁਰੂ ਇਸ ਧਰਤੀ ਤੇ ਆਏ। ਧਰਤੀ ਦੀ ਪੁਕਾਰ ਸੁਣ ਕੇ, ਸੁਣੀ ਪੁਕਾਰ ਦੁਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਧਰਤੀ ਦੀ ਫਰਿਆਦ ਸੀ, ਧਰਤੀ ਦੀ ਪੁਕਾਰ ਸੀ, ਹੈ ਅਕਾਲ ਪੁਰਖ ਜੀ ਕਿਰਪਾ ਕਰੋ, ਦਇਆ ਕਰੋ, ਮੇਰੇ ਕੋਲੋਂ ਪਾਪੀਆਂ ਦੇ ਪਾਪਾਂ ਦੇ ਭਾਰ ਨੂੰ ਚੱਕ ਨਹੀਂ ਹੁੰਦਾ। ਵਰਤਾਰਾ ਇਹੋ ਜਿਹਾ ਵਰਤ ਰਿਹਾ ਸੀ ਸਾਰੇ ਸੰਸਾਰ ਵਿੱਚ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਕੱਲ ਹੋਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਉਂਦੇ ਉਲਟੀ ਵਾੜ ਕੇਤ ਖੇਤ ਕੋ ਖਾਈ। ਚੇਲੇ ਸਾਜ ਬਜਾਇੰਦੇ ਨੱਚਣ ਗੁਰੂ ਬਹੁਤ ਬਿਦ ਭਾਈ, ਸੇਵਕ ਬੈਠਣ ਘਰਾਂ ਵਿੱਚ ਗੁਰੂ ਉਠ ਕਰੀ ਤਿਨਾੜੇ ਜਾਈ। ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਵਰਤਿਆ ਪਾਪ ਸਬਸ ਜਗ ਮਾਹੀ। ਇਹੋ ਜਿਹਾ ਵਰਤਾਰਾ ਜਦੋਂ ਸਾਰੇ ਸੰਸਾਰ ਵਿੱਚ ਵਰਤ ਗਿਆ, ਪਾਪ ਕਰਮ ਸਾਰੇ ਜਗਤ ਵਿੱਚ ਪ੍ਰਬਲ ਹੋ ਗਏ, ਤਾਂ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਗੁਰੂ ਨਾਨਕ ਰੂਪ ਹੋ ਕੇ ਸੰਸਾਰ ਵਿੱਚ ਪ੍ਰਕਾਸ਼ ਧਾਰਿਆ। ਜਨਮ ਸਾਖੀਆਂ ਦੇ ਕਰਤਾ ਲਿਖਦੇ ਹਨ, ਜਿਸ ਕਮਰੇ ਵਿੱਚ ਸਤਿਗੁਰਾਂ ਨੇ ਪ੍ਰਕਾਸ਼ ਧਾਰਿਆ ਨਨਕਾਣਾ ਸਾਹਿਬ, ਉਸ ਕਮਰੇ ਵਿੱਚ 12 ਦੀਵੇ ਜਗ ਰਹੇ ਸਨ। ਰਵਾਇਤ ਸੀ ਕਮਰੇ ਵਿੱਚ ਰੌਸ਼ਨੀ ਦੇ ਪ੍ਰਬੰਧ ਲਈ ਚਾਰਾਂ ਕੋਨਿਆਂ ਦੇ ਵਿੱਚ 12 ਦੀਵੇ ਜਗ ਰਹੇ ਨੇ। ਅੰਮ੍ਰਿਤ ਵੇਲੇ ਦਾ ਸਮਾਂ ਸੀ ਜਦੋਂ ਗੁਰੂ ਨਾਨਕ ਸਾਹਿਬ ਨੇ ਪ੍ਰਕਾਸ਼ ਧਾਰਿਆ। ਇਤਨਾ ਨੂਰ ਤੇ ਇਤਨੀ ਲੋ ਸੀ ਕਿ ਉਹਨਾਂ 12 ਦੀਵਿਆਂ ਦੀ ਰੋਸ਼ਨੀ ਮੱਧਮ ਪੈ ਗਈ ਸਤਿਗੁਰਾਂ ਦੇ ਪ੍ਰਕਾਸ਼ ਦੇ ਸਨਮੁਖ। ਦਾਈ ਦੌਲਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਹੈਰਾਨ ਹੈ ਔਰ ਕਹਿੰਦੀ ਹੈ ਕਿ ਮੇਰੇ ਇਹਨਾਂ ਹੱਥਾਂ ਵਿੱਚੋਂ ਸੈਂਕੜੇ ਬੱਚਿਆਂ ਨੇ ਜਨਮ ਲਏ ਨੇ, ਅੱਜ ਤੱਕ ਮੈਂ ਕਦੇ ਐਸਾ ਬਾਲਕ ਜਨਮਦਾ ਨਹੀਂ ਵੇਖਿਆ ਜਿਹੜਾ ਜਨਮ ਲੈਂਦਿਆਂ ਰੋਣ ਦੀ ਬਜਾਏ ਮੁਸਕਰਾ ਰਿਹਾ, ਖੁਸ਼ੀ ਵੰਡ ਰਿਹਾ। ਇੱਦਾਂ ਜਾਪਦਾ ਇਸ ਬੱਚੇ ਨੂੰ ਜਨਮ ਦੀ ਪੀੜਾ ਵਿਆਪੀ ਨਹੀਂ ਹੈ। ਦਾਈ ਦੌਲਤਾਂ ਇਹ ਨਹੀਂ ਸੀ ਜਾਣਦੀ ਕਿ ਇਹ ਤਾਂ ਉਹ ਮਾਲਕ ਨੇ, ਉਹ ਸਾਹਿਬ ਨੇ ਜਿਹੜੇ ਜਨਮ ਤੇ ਮਰਨ ਦੀ ਪੀੜਾ ਨੂੰ ਨਿਵਾਰਨ ਦੀ ਸਮਰੱਥਾ ਰੱਖਦੇ ਹਨ। ਪੂਰੇ ਸ਼ਹਿਰ ਵਿੱਚ, ਇਲਾਕੇ ਵਿੱਚ ਜਿਹੜਾ ਨਨਕਾਣਾ ਸਾਹਿਬ ਦਾ ਇਲਾਕਾ ਹੈ, ਸਾਧ ਸੰਗਤ ਜੀ ਉਹਨੂੰ ਬਾਰ ਦਾ ਇਲਾਕਾ ਕਹਿੰਦੇ ਹਨ। ਜਿਹੜੇ ਖਿੱਤੇ ਵਿੱਚ ਆਪਾਂ ਇੱਥੇ ਬੈਠੇ ਆ, ਰਹਿ ਰਹੇ ਨੂੰ ਮਾਲਵਾ ਕਹਿੰਦੇ ਆਪਾਂ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਨੂੰ ਮਾਝਾ ਕਹਿ ਦਿੰਦੇ ਆ। ਇੱਧਰ ਨਵਾਂ ਸ਼ਹਿਰ, ਹੁਸ਼ਿਆਰਪੁਰ, ਜਲੰਧਰ ਦੇ ਇਲਾਕੇ ਨੂੰ ਆਪਾਂ ਦੁਆਬਾ ਕਹਿ ਦਿੰਦੇ ਆ। ਇੱਧਰ ਅੰਬਾਲੇ ਤੇ ਬਨੂੜ ਦੇ ਇਲਾਕੇ ਨੂੰ ਪੁਆਧ ਕਹਿ ਦਿੰਦੇ ਆ। ਜਾਂ ਇੱਧਰ ਜੀਂਦ ਤੇ ਰੋਹਤਕ ਦਾ ਜਿਹੜਾ ਇਲਾਕਾ ਹੈ ਇਹਨੂੰ ਬਾਂਗਰ ਦਾ ਇਲਾਕਾ ਕਹਿ ਦਿੰਦੇ ਆ। ਇਸੇ ਤਰ੍ਹਾਂ ਨਨਕਾਣਾ ਸਾਹਿਬ ਦਾ ਜਿਹੜਾ ਆਲਾ ਦੁਆਲਾ ਹੈ ਉਹਨੂੰ ਬਾਰ ਦਾ ਇਲਾਕਾ ਕਹਿੰਦੇ ਸੀ, ਬਾਰ ਦੇਸ਼। ਮਹਾਂਕਵੀ ਜੀ ਲਿਖਦੇ ਹੈ, ਬਾਰ ਦੇਸ਼ ਸ਼ੁਭ ਦੇਸ ਨਰੇਸ਼ੂ, ਕਿ ਪੰਜਾਬ ਦੇ ਜਿਤਨੇ ਵੀ ਇਹ ਖਿੱਤੇ ਨੇ, ਚਾਹੇ ਉਹ ਮਾਝਾ ਹੈ, ਮਾਲਵਾ ਹੈ, ਦੁਆਬਾ ਹੈ, ਪੁਆਧ ਹੈ, ਇਹਨਾਂ ਸਾਰੇ ਦੇਸ਼ਾਂ ਦਾ ਜਿਹੜਾ ਰਾਜਾ ਹੈ ਉਹ ਬਾਰ ਦੇਸ਼ ਦਾ ਇਲਾਕਾ ਹੈ। ਬੜਾ ਉਪਜਾਊ ਇਲਾਕਾ ਹੈ, ਉਪਜਾਊ ਭੂਮੀ ਹੈ।
ਤੋ ਦੇਸ਼ਾਂ ਦੇ ਵਿੱਚੋਂ ਰਾਜਾ ਦੇਸ਼ ਕਿਹਾ ਬਾਹਰ ਦਾ। ਬਾਹਰ ਦੇ ਇਲਾਕੇ ਦੇ ਜਿਤਨੇ ਲੋਕ ਸਨ ਅੱਜ ਦੇ ਦਿਨ ਬੜੇ ਖੁਸ਼ ਨੇ, ਇੱਕ ਦੂਜੇ ਨੂੰ ਮਿਲਦੇ ਐ, ਦੂਜਾ ਪੁੱਛਦਾ ਸੱਜਣਾ ਅੱਜ ਖੁਸ਼ ਬੜਾ, ਚਿਹਰਾ ਤੇਰਾ ਅੱਜ ਹੱਸੂ ਹੱਸੂ ਕਰਦਾ, ਕੀ ਗੱਲ ਹੈ? ਉਹ ਕਹਿੰਦਾ ਪਤਾ ਨਹੀਂ, ਅੱਜ ਸਵੇਰ ਤੋਂ ਹੀ ਮਨ ਖੁਸ਼ ਹੈ, ਪਰ ਖੁਸ਼ੀ ਦੇ ਕਾਰਨ ਦਾ ਨਹੀਂ ਪਤਾ ਵੀ ਖੁਸ਼ ਹੈ ਕਿਉਂ। ਜਿਹੜਾ ਪੁੱਛਦਾ ਹੈ ਉਹ ਵੀ ਅੱਗੋਂ ਜਵਾਬ ਦਿੰਦਿਆਂ ਕਹਿੰਦਾ ਯਾਰ ਮੇਰੇ ਅੰਦਰ ਵੀ ਇੱਦਾਂ ਹੀ ਹੈ, ਮਨ ਅੱਜ ਖੁਸ਼ ਬੜਾ ਹੈ, ਪਰ ਸਮਝ ਨਹੀਂ ਆਉਂਦੀ ਵੀ ਖੁਸ਼ੀ ਹੈ ਕਾਹਦੀ। ਸਾਰੇ ਇਲਾਕੇ ਦੇ ਲੋਕਾਂ ਦੇ ਮਨ ਦੇ ਵਿੱਚ ਖੁਸ਼ੀ ਹੈ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਖੁਸ਼ੀ ਹੈ ਕਿਉਂ। ਅਸਲ ਵਿੱਚ ਉਹ ਲੋਕ ਹਾਲੇ ਨਹੀਂ ਸਨ ਜਾਣਦੇ ਕਿ ਦੁਨੀਆ ਦੇ ਦੁੱਖਾਂ ਨੂੰ ਨਿਵਾਰਨੇ ਵਾਲੇ ਔਰ ਸੁੱਖਾਂ ਦਾ ਪ੍ਰਕਾਸ਼ ਕਰਨ ਵਾਲੇ ਧੰਨ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋ ਚੁੱਕਾ ਹੈ। ਜਨਮ ਪੱਤਰੀ ਬਣਾਉਣ ਲਈ ਪੰਡਤ ਹਰਦਿਆਲ ਜੀ ਨੂੰ ਬੁਲਾਇਆ ਗਿਆ। ਪੰਡਤ ਹਰਦਿਆਲ ਨੇ ਜਦੋਂ ਆ ਕੇ ਆਪਣੇ ਜੋਤਿਸ਼ ਦੇ, ਉਹਨੂੰ ਗਣਕ ਵਿੱਦਿਆ ਕਹਿੰਦੇ ਆ, ਜਦੋਂ ਸਾਰੀ ਗਿਣਤੀ ਮਿਣਤੀ ਕੀਤੀ, ਨਛੱਤਰ ਵੇਖੇ, ਹੈਰਾਨ ਹੋ ਗਿਆ ਕਿ ਇਹ ਕੋਈ ਬਾਲਕ ਸਧਾਰਨ ਬਾਲਕ ਨਹੀਂ ਹੈ, ਮੈਨੂੰ ਦਰਸ਼ਨ ਕਰਾਓ। ਜਦੋਂ ਚਰਨ ਵੇਖੇ, ਮਸਤਕ ਵੇਖਿਆ ਤੇ ਮੱਥਾ ਟੇਕਦਿਆਂ ਕਹਿੰਦਾ ਮੇਰੇ ਅਹੋ ਭਾਗ, ਜੇ ਮੇਰੀ ਜ਼ਿੰਦਗੀ ਉਦੋਂ ਤੱਕ ਰਹਿ ਜਾਏ ਜਦੋਂ ਤੱਕ ਇਹ ਵੱਡੇ ਹੋ ਕੇ ਮੈਨੂੰ ਉਪਦੇਸ਼ ਦੇ ਕੇ ਤਾਰ ਨਹੀਂ ਦਿੰਦੇ। ਬੁੱਢਾ ਹੋ ਚੁੱਕਾ ਸੀ, ਕਹਿੰਦਾ ਰੱਬਾ ਮੇਰੀ ਜ਼ਿੰਦਗੀ ਉਦੋਂ ਤਾਈਂ ਰੱਖ ਲਈ ਜਦੋਂ ਤੱਕ ਇਹ ਵੱਡੇ ਹੋ ਕੇ ਮੈਨੂੰ ਉਪਦੇਸ਼ ਦੇ ਕੇ ਕਿਰਤਾਰਥ ਨਹੀਂ ਕਰ ਦਿੰਦੇ। ਮੇਰੇ ਤੋਂ ਪਹਿਲਾਂ ਗੁਰਮੁਖ ਪਿਆਰੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਦਾ ਪ੍ਰਮਾਣ ਦੇ ਰਹੇ ਸਨ। ਇਹ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਪੰਡਤ ਹਰਦਿਆਲ ਨੂੰ ਦਿੰਦਿਆਂ ਕਿਰਤਾਰਥ ਕੀਤਾ ਸੀ। ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਦਾ ਨਾਮ ਰੱਖਿਆ ਗਿਆ ਨਾਨਕ, ਨਾ ਅਨਕ, ਜਿਸ ਵਰਗਾ ਕੋਈ ਦੂਜਾ ਨਹੀਂ ਹੈ ਉਹਨੂੰ ਕਹਿੰਦੇ ਨੇ ਨਾਨਕ। ਖਾਲਸਾ ਜੀ, ਨੰਨੇ ਨੂੰ ਜਿਹੜਾ ਕੰਨਾ ਲੱਗਾ ਹੋਇਆ ਨਾ, ਵਿਆਕਰਨ ਮੁਤਾਬਕ ਉਹਦੇ ਚੋਂ ਐੜੇ ਦੀ ਆਵਾਜ਼ ਨਿਕਲਦੀ। ਐੜੇ ਨੂੰ ਅਖੀਰਲੇ ਕੱਕੇ ਨਾਲ ਜੋੜ ਦਿਓ, ਕੀ ਬਣੇਗਾ? ਅੱਕ। ਉਹੀ ਐੜਾ ਫਿਰ ਦੂਜੇ ਨੰਨੇ ਨਾਲ ਜੋੜ ਦਿਓ, ਕੀ ਬਣੇਗਾ? ਅੰਨ। ਅੰਨ ਅੱਕ। ਅੱਕ ਦਾ ਮਤਲਬ ਹੁੰਦਾ ਦੁੱਖ। ਅੱਕ ਨਾਮ ਦੁੱਖ ਕੋ ਜਗਤ ਹੈ ਬਿਦਤ। ਸੰਸਾਰ ਵਿੱਚ ਪ੍ਰਗਟ ਹੈ, ਅੱਕ ਕਹਿੰਦੇ ਆ ਦੁੱਖ ਨੂੰ। ਆਪਾਂ ਨੂੰ ਕੋਈ ਕਹਿ ਦੇਵੇ ਨਾ ਯਾਰ ਮੈਂ ਅੱਕ ਗਿਆ, ਅੱਕ ਦਾ ਮਤਲਬ ਹੁੰਦਾ ਵੀ ਮੈਂ ਦੁਖੀ ਹੋ ਗਿਆ, ਹੁਣ ਅੱਕ ਗਿਆ, ਉਹਨੂੰ ਕਹਿੰਦੇ ਨੇ ਅੱਕ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਦੁੱਖ ਨਹੀਂ ਵਿਆਪਦਾ, ਇਸ ਕਰਕੇ ਉਹਨਾਂ ਨੂੰ ਕਹਿੰਦੇ ਨੇ ਧੰਨ ਗੁਰੂ ਨਾਨਕ। ਤੇ ਜਿਹੜੇ ਉਹਨਾਂ ਨੂੰ ਜਪਦੇ ਨੇ, ਧਿਆਉਂਦੇ ਨੇ, ਆਰਾਧਦੇ ਨੇ, ਉਹਨਾਂ ਦੇ ਵੀ ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ। ਨਾਨਕ ਨਾਮਕਰਨ ਕੀਤਾ ਗਿਆ, ਬਚਪਨ ਦੇ ਅਨੇਕਾਂ ਪ੍ਰਕਾਰ ਦੇ ਚੋਜ, ਕਦੇ ਖੇਤੀਆਂ ਉਜਾੜ ਕੇ ਹਰੀਆਂ ਕਰਨੀਆਂ। ਨਨਕਾਣਾ ਸਾਹਿਬ ਦਾ ਚੱਪਾ ਚੱਪਾ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਨਾਲ ਭਰਿਆ ਪਿਆ। ਕਦੇ ਸਰਬ ਛਾਇਆ ਕਰ ਰਿਹਾ, ਕਦੇ 20 ਰੁਪਇਆਂ ਦਾ ਲੈ ਕੇ ਜਾ ਕੇ ਚੂੜਕਾਣੇ ਦੀ ਮੰਡੀ ਕੋਲ ਲੰਗਰ ਲਾਉਂਦੇ ਐ, ਕਦੇ ਸਤਿਗੁਰੂ ਜੀ ਗੋਪਾਲ ਪਾਂਧੇ ਨੂੰ ਉਪਦੇਸ਼ ਦੇ ਕੇ ਕਿਰਤਾਰਥ ਕਰਦੇ ਐ, ਕਦੇ ਵੈਦ ਹਰਦਾਸ ਨੂੰ ਕਿਰਤਾਰਥ ਕਰਦੇ ਉਪਦੇਸ਼ ਦੇ ਕੇ। ਅਨੇਕ ਜੀਵਾਂ ਦੀ ਕਲਿਆਣ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸ੍ਰੀ ਨਨਕਾਣਾ ਸਾਹਿਬ ਵਿਖੇ ਰਹਿ ਕੇ ਕੀਤੀ। ਮੌਲਵੀ ਪਾਤਸ਼ਾਹ ਜੀ ਦੇ ਸ਼ਰਨ ਆਇਆ ਤਾਂ ਉਹਨੂੰ ਫਾਰਸੀ ਵਿੱਚ ਉਪਦੇਸ਼ ਦੇ ਕੇ ਕਿਰਤਾਰਥ ਕਰਦਿਆਂ ਕਹਿੰਦੇ ਯਕ ਅਰਜ਼ ਗੁਫਤਮ ਪੇਸ ਤੋ ਦਰ ਗੋਸ਼ ਕੁਨ ਕਰਤਾਰ, ਹਕਾ ਕਬੀਰ ਕਰੀਮ ਤੂੰ ਬਿਆਇ ਪਰਵਰਦਗਾਰ। ਉਹਨੂੰ ਫਾਰਸੀ ਵਿੱਚ ਉਪਦੇਸ਼ ਦੇ ਕੇ ਕਿਰਤਾਰਥ ਕਰਦੇ ਐ। ਵੈਦ ਨੂੰ ਉਪਦੇਸ਼ ਦਿੰਦਿਆਂ ਕਿਰਤਾਰਥ ਕਰਦਿਆਂ ਕਹਿੰਦੇ ਐ
ਵੈਦ ਬੁਲਾਇਆ ਵੈਦਗੀ, ਪਕੜ ਢੰਡੋਲੇ ਬਾਂਹ। ਉਹਨੂੰ ਉਪਦੇਸ਼ ਦੇ ਕੇ ਕਿਰਤਾਰਥ ਕਰਦੇ ਹਨ ਕਿ ਵੈਦ ਉਹ ਹੈ ਜਿਹੜਾ ਆਪਣੇ ਅੰਦਰ ਦੇ ਰੋਗਾਂ ਨੂੰ ਸਿਆਣ ਕੇ ਪਛਾਣ ਲਵੇ ਮੈਨੂੰ ਕਿਹੜੇ ਰੋਗ ਵਿਆਪੇ ਹੋਏ ਨੇ। ਇਹ ਅਨੇਕ ਪ੍ਰਕਾਰ ਦੇ ਕੌਤਕ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਕੀਤੇ। ਸਮਾਂ ਪਿਆ, ਚੱਲ ਕੇ ਸਤਿਗੁਰੂ ਜੀ ਸੁਲਤਾਨਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਆਏ ਹਨ। ਇੱਥੇ ਆਣ ਕੇ ਨਵਾਬ ਦੌਲਤ ਖਾਂ ਕੋਲ ਮੋਦੀ ਦੀ ਕਿਰਤ ਕੀਤੀ ਹੈ। ਮੋਦੀ ਖਾਨਾ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਭਾਲਿਆ ਔਰ ਮੋਦੀ ਖਾਨੇ ਵਿੱਚ ਬਹਿ ਕੇ ਗੁਰਦੇਵ ਨੇ 13 ਤੋਲੇ। ਅਨੇਕਾਂ ਜੀਵਾਂ ਨੂੰ ਇੱਥੇ ਵੀ ਵਰਸਾਇਆ। ਗੁਰਦੁਆਰਾ ਬੇਰ ਸਾਹਿਬ ਵਾਲੇ ਪਵਿੱਤਰ ਸਥਾਨ ਤੇ ਵੇਈ ਦੇ ਕੰਢੇ ਇਸ਼ਨਾਨ ਕਰਕੇ ਗੁਰਦੇਵ ਅੰਮ੍ਰਿਤ ਵੇਲੇ ਦੀ ਪਰਪੱਕ ਸਾਧਨਾ ਕਰਦੇ ਤੇ ਸਾਡੇ ਵਾਸਤੇ ਪੂਰਨੇ ਪਾਉਂਦੇ ਆ। ਇੱਥੇ ਭਾਈ ਭਗੀਰਥ ਜੀ ਵਰਗੇ, ਭਾਈ ਮਨਸੁਖ ਜੀ ਵਰਗੇ ਅਨੇਕ ਗੁਰਸਿੱਖਾਂ ਨੂੰ ਸਤਿਗੁਰਾਂ ਨੇ ਕਿਰਤਾਰਥ ਕੀਤਾ। ਗੁਰੂ ਖਾਲਸਾ ਜੀ, ਭਾਈ ਸਾਹਿਬ ਭਾਈ ਮਰਦਾਨਾ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਰਿਸ਼ਤਾ ਕਰਕੇ ਸਗਾਈ ਕਰਕੇ ਵਾਪਸ ਆਏ। ਸੁਲਤਾਨਪੁਰ ਸਾਹਿਬ ਮੋਦੀ ਖਾਨੇ 'ਚ ਸਤਿਗੁਰੂ ਜੀ ਦੇ ਕੋਲ ਪਹੁੰਚੇ। ਆਖਿਆ, ਜਜਮਾਨ ਵਧਾਈ, ਮੈਂ ਤੁਹਾਡੀ ਸਗਾਈ ਕਰਕੇ ਆਇਆ ਤੇ ਮੇਰੀ ਵਧਾਈ ਦਿਓ ਮੈਨੂੰ। ਤੇ ਸਤਿਗੁਰੂ ਜੀ ਮੁਸਕਰਾਏ। ਆਖਿਆ, ਮਰਦਾਨਾ ਜੀ ਤੁਸੀਂ ਮੰਗਿਓ ਨਾ, ਕਿਉਂਕਿ ਜੇ ਤੁਸੀਂ ਮੰਗਿਆ ਤੁਸੀਂ 2 ਸੇਰ ਮਠਿਆਈ ਮੰਗ ਲਓਗੇ, ਵੱਧ ਮੰਗ ਕਰੋਗੇ ਤਾਂ ਕੋਈ 200-400 ਰੁਪਈਆ ਮੰਗ ਲੋਗੇ, ਕੁਝ ਰੁਪਈਏ ਮੰਗ ਲੋਗੇ, ਕੱਪੜੇ ਮੰਗ ਲੋਗੇ, ਇਹਦੇ ਤੋਂ ਵੱਧ ਨਹੀਂ ਮੰਗਣਾ ਤੁਸੀਂ। ਅਸੀਂ ਤੁਹਾਨੂੰ ਇੱਕ ਕੀਮਤੀ ਦਾਤ ਦੇਣੀ ਹੈ ਜਿਹੜਾ ਨਿਰਮੋਲਕ ਹੀਰਾ, ਜਿਸ ਦਾ ਕੋਈ ਮੁੱਲ ਨਹੀਂ। ਭਾਈ ਮਰਦਾਨੇ ਨੇ ਹੱਥ ਜੋੜੇ, ਸਾਹਿਬ ਜੇ ਕਿਰਪਾ ਦੇ ਘਰ ਵਿੱਚ ਆਏ ਹੋ ਤੇ ਫਿਰ ਦਇਆ ਕਰੋ ਮਹਾਰਾਜ, ਜੇ ਤੁਸੀਂ ਹੀਰਾ ਦੇਣਾ ਤੇ ਮੈਂ ਫਿਰ ਕੱਚ ਕਿਉਂ ਮੰਗਾ। ਸਾਹਿਬ ਨੇ ਬਚਨ ਕਿਹਾ, ਮਰਦਾਨਾ ਜੀ ਅਸੀਂ ਤੁਹਾਨੂੰ ਨਿਰੰਕਾਰ ਦੇ ਕੀਰਤਨ ਦੀ ਦਾਤ ਬਖਸ਼ਿਸ਼ ਕਰਦੇ ਹਾਂ। ਅੱਜ ਤੋਂ ਬਾਅਦ ਤੁਸੀਂ ਸਾਡੇ ਦਰਬਾਰ ਦੇ ਕੀਰਤਨੀਏ ਹੋ। ਜੋ ਮੰਗਣਾ ਸਾਡੇ ਕੋਲੋਂ ਮੰਗਣਾ, ਅੱਜ ਤੋਂ ਬਾਅਦ ਕਿਸੇ ਦੂਸਰੇ ਦੇ ਅੱਗੇ ਹੱਥ ਟੱਡ ਕੇ ਨਹੀਂ ਮੰਗਣਾ। ਭਾਈ ਮਰਦਾਨਾ ਜੀ ਨੇ ਬਚਨ ਤਾਂ ਜ਼ਿੰਦਗੀ ਤੱਕ ਪੱਲੇ ਬੰਨ੍ਹ ਕੇ ਰੱਖਿਆ। ਲੜਕੀ ਦੀ ਸ਼ਾਦੀ ਸੀ, ਭਾਈ ਮਰਦਾਨੇ ਦੀ ਲੜਕੀ ਜਵਾਨ ਹੋਈ, ਵਿਆਹ 'ਤੇ ਖਰਚ ਕਰਨਾ ਸੀ। ਹੁਕਮ ਸੀ ਗੁਰੂ ਨਾਨਕ ਸਾਹਿਬ ਦਾ, ਕਿਸੇ ਹੋਰ ਕੋਲੋਂ ਨਹੀਂ ਮੰਗਣਾ, ਜੋ ਚਾਹੀਦਾ ਸਾਡੇ ਕੋਲੋਂ ਆ ਕੇ ਮੰਗੀ। ਭਾਈ ਮਰਦਾਨਾ ਜੀ ਨਨਕਾਣਾ ਸਾਹਿਬ ਤੋਂ ਚੱਲ ਕੇ ਸੁਲਤਾਨਪੁਰ ਸਾਹਿਬ ਸਤਿਗੁਰਾਂ ਦੇ ਚਰਨਾਂ 'ਚ ਆਏ। ਬੇਨਤੀ ਕੀਤੀ, ਗਰੀਬ ਨਵਾਜ ਧੀ ਦੀ ਸ਼ਾਦੀ ਹੈ ਤੇ ਆਹ ਲਿਸਟ ਹੈ, ਇਹ ਸਮਾਨ ਚਾਹੀਦਾ। ਗੁਰਦੇਵ ਨੇ ਜਿੰਨਾ ਸਮਾਨ ਕੋਲ ਸੀ ਉਹ ਦੇ ਦਿੱਤਾ, ਬਾਕੀ ਸਮਾਨ ਲਾਹੌਰ ਤੋਂ ਮਿਲਣਾ ਸੀ। ਭਾਈ ਭਗੀਰਥ ਨੂੰ ਉਹ ਲਿਸਟ ਦਿੱਤੀ ਤੇ ਆਖਿਆ, ਭਾਈ ਭਗੀਰਥ ਆਹ ਲਿਸਟ ਲੈ ਜਾ ਤੇ ਲਾਹੌਰ ਜਾ ਕੇ ਇਹਦੇ ਵਿੱਚ ਜਿੰਨਾ ਸਮਾਨ ਲਿਖਿਆ ਉੱਥੋਂ ਖਰੀਦ ਕੇ ਲੈ ਆ। ਪਰ ਯਾਦ ਰੱਖੀ, ਇੱਕ ਰਾਤ ਤੋਂ ਵੱਧ ਨਾ ਰਹੀ ਲਾਹੌਰ। ਜੇ ਇੱਕ ਰਾਤ ਤੋਂ ਵੱਧ ਰਿਹਾ ਤੇ ਫਿਰ ਸਾਡੀ ਖੁਸ਼ੀ ਨਹੀਂ ਹੋਣੀ। ਭਾਈ ਭਗੀਰਥ ਜੀ ਨੇ ਆਖਿਆ, ਮਹਾਰਾਜ ਸਤ ਬਚਨ। ਅੱਜ ਦਾ ਕੋਈ ਸਿੱਖ ਹੁੰਦਾ ਤੇ ਅੱਗੋਂ ਪੁੱਛਦਾ, ਮਹਾਰਾਜ ਜੇ 2 ਰਾਤਾਂ ਲੱਗ ਜਾਣਗੀਆਂ ਤਾਂ ਕੀ ਹੋ ਜਾਏਗਾ। ਉਹਨਾਂ ਆਖਿਆ, ਸਤ ਬਚਨ। ਭਾਈ ਭਗੀਰਥ ਜੀ ਗਏ, ਲਾਹੌਰ ਪਹੁੰਚੇ। ਚਲਦਿਆਂ ਚਲਦਿਆਂ ਇੱਕ ਸੇਠ ਦੀ ਦੁਕਾਨ ਤੇ ਪਹੁੰਚੇ। ਉਸ ਸੇਠ ਦਾ ਨਾਮ ਸੀ ਭਾਈ ਮਨਸੁਖ। ਭਾਈ ਮਨਸੁਖ ਉਹਨੂੰ ਲਿਸਟ ਦਿੱਤੀ ਵੀ ਆਹ ਸਮਾਨ ਚਾਹੀਦਾ। ਉਹ ਕਹਿੰਦਾ ਸਾਰਾ ਮਿਲ ਜਾਏਗਾ, ਪਰ ਇਹਦੇ ਵਿੱਚ ਜਿਹੜਾ ਚੂੜਾ ਲਿਖਿਆ ਨਾ ਬੀਬੀਆਂ ਦੇ ਹੱਥ 'ਚ ਪਾਉਣ ਵਾਲਾ, ਉਹਨੂੰ ਤਿਆਰ ਕਰਨ ਵਾਸਤੇ 2 ਦਿਨ ਲੱਗਣਗੇ, ਵੀ ਤੈਨੂੰ 2 ਦਿਨ ਇੱਥੇ ਰਹਿਣਾ ਪਵੇਗਾ। ਭਾਈ ਭਗੀਰਥ ਨੇ ਅੱਗੋਂ ਬਚਨ ਕਿਹਾ, ਭਾਈ ਮਨਸੁਖ ਜੀ, ਸੇਠ ਜੀ
ਇੱਕ ਰਾਤ ਤੋਂ ਵੱਧ ਜੇ ਮੈਂ ਇੱਥੇ ਰਹਿ ਗਿਆ ਤੇ ਮੇਰਾ ਜਨਮ ਨਿਸ਼ਫਲ ਚਲਾ ਜਾਏਗਾ। ਉਹ ਬੜਾ ਹੈਰਾਨ ਹੋਇਆ ਵੀ ਇੱਕ ਰਾਤ ਤੋਂ ਵੱਧ ਰਹਿ ਕੇ ਇੱਥੇ ਜਨਮ ਨਿਸ਼ਫਲ ਜਾਣ ਦਾ ਤਾਂ ਕੋਈ ਮਤਲਬ ਨਹੀਂ ਬਣਦਾ, ਤੁਕ ਨਹੀਂ ਬਣਦਾ। ਕਹਿੰਦਾ ਜੀ ਇਹ ਕਿਵੇਂ? ਭਾਈ ਭਗੀਰਥ ਨੇ ਆਖਿਆ, ਮੈਨੂੰ ਮੇਰੇ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਕਿ ਇੱਕ ਰਾਤ ਤੋਂ ਵੱਧ ਨਹੀਂ ਉੱਥੇ ਰਹਿਣਾ। ਕਹਿੰਦਾ ਕਲਯੁਗ ਵਿੱਚ ਇਹੋ ਜਿਹੇ ਗੁਰੂ ਵੀ ਹੁੰਦੇ ਆ ਜਿਨ੍ਹਾਂ ਦਾ ਬਚਨ ਪਾਲਣ ਵਾਸਤੇ ਤੇਰੇ ਵਰਗੇ ਸਿੱਖ ਨੇ? ਕਹਿੰਦਾ ਹਾਂ, ਕਲੀ ਕਾਲ ਵਿੱਚ ਅਗਰ ਕੋਈ ਪੂਰਨ ਗੁਰੂ ਹੈ ਤਾਂ ਉਹ ਗੁਰੂ ਕੇਵਲ ਗੁਰੂ ਨਾਨਕ ਪਾਤਸ਼ਾਹ। ਸੁਣ ਕੇ ਮਨ ਸੁਖ ਜੀ ਪ੍ਰਭਾਵਿਤ ਹੋਏ। ਵੇਖੋ ਗੁਰੂ ਨਾਨਕ ਸਾਹਿਬ ਦੇ ਬਚਨਾਂ ਦੀ ਪਾਲਣਾ ਭਾਈ ਭਗੀਰਥ ਨੇ ਕੀਤੀ ਹੈ ਤੇ ਮਨ ਸੁਖ ਦਾ ਛੁਟਕਾਰਾ ਹੋਣ ਲੱਗਾ। ਮਨ ਸੁਖ ਕਹਿੰਦਾ ਜੇ ਤੇਰਾ ਇਹੋ ਜਿਹਾ ਗੁਰੂ ਹੈ ਨਾ ਤੇ ਫਿਰ ਮੈਨੂੰ ਵੀ ਉਹਦੇ ਦਰਸ਼ਨ ਕਰਾ। ਇੱਕ ਚੂੜਾ ਮੈਂ ਆਪਣੀ ਲੜਕੀ ਲਈ ਬਣਾ ਕੇ ਰੱਖਿਆ, ਮੈਂ ਉਹ ਤੈਨੂੰ ਦੇ ਦੇਣਾ ਤੇ ਚੱਲ ਕੱਲ ਚੱਲੀਏ ਵਾਪਸ ਤੇ ਮੈਨੂੰ ਗੁਰਦੇਵ ਦੇ ਦਰਸ਼ਨ ਕਰਾ। ਭਾਈ ਸਾਹਿਬ ਭਾਈ ਭਗੀਰਥ ਜੀ ਅਗਲੇ ਦਿਨ ਸਾਰਾ ਰਾਜ ਸਾਜ ਲੈ ਕੇ ਸੁਲਤਾਨਪੁਰ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਪਹੁੰਚੇ। ਰਸਤੇ 'ਚ ਆਉਂਦਿਆਂ ਮਨ ਸੁਖ ਨੇ ਮਨ 'ਚ ਸੋਚਿਆ ਵੀ ਕਈ ਵਾਰ ਕਈ ਲੋਕ ਅੰਨੀ ਸ਼ਰਧਾ ਰੱਖ ਕੇ ਕਿਸੇ ਨੂੰ ਵੀ ਗੁਰੂ ਮੰਨ ਲੈਂਦੇ ਆ ਵੀ ਜੇ ਗੁਰੂ ਨਾਨਕ ਸਾਹਿਬ ਪੂਰਨ ਗੁਰੂ ਨੇ ਤੇ ਜਦੋਂ ਮੈਂ ਉਹਨਾਂ ਕੋਲ ਜਾਵਾਂ ਉਹ ਮੇਰਾ ਨਾਂ ਲੈ ਕੇ ਮੈਨੂੰ ਬੁਲਾਉਣ ਤੇ ਆਪਣੀ ਸ਼ਰਨ ਵਿੱਚ ਮੇਰੇ ਕੋਲ ਆਪਣੇ ਕੋਲ ਹਾਜ਼ਰੀ ਭਰਾਉਣ। ਹਾਲਾਂਕਿ ਪਹਿਲੀ ਵਾਰ ਜਾਣਾ ਸੀ ਵੀ ਮੇਰਾ ਨਾਂ ਲੈ ਕੇ ਮੈਨੂੰ ਸੱਦਣ। ਇਹ ਸੰਕਲਪ ਕਰ ਲਿਆ। ਜਦੋਂ ਸਤਿਗੁਰੂ ਜੀ ਦੇ ਚਰਨਾਂ 'ਚ ਆਏ ਨਾ ਸੁਲਤਾਨਪੁਰ ਸਾਹਿਬ, ਸਾਰਾ ਸੌਦਾ ਰਾਸ਼ਨ ਜੋ ਕੁਝ ਸੀ ਭਾਈ ਮਰਦਾਨੇ ਨੂੰ ਸਤਿਗੁਰਾਂ ਨੇ ਦੇ ਕੇ ਟੋਰਿਆ। ਮਨ ਸੁਖ ਜਦੋਂ ਸਤਿਗੁਰਾਂ ਦੇ ਦਰਬਾਰ 'ਚ ਪਹੁੰਚਿਆ ਤੇ ਵੇਖਦਿਆਂ ਮਹਾਰਾਜ ਜੀ ਕਹਿੰਦੇ, ਆਹੋ ਮਨ ਸੁਖ, ਨਾਮ ਹੀ ਮਨ ਸੁਖ ਹੈ ਜਾਂ ਮਨ ਨੂੰ ਸੁਖ ਮਿਲਿਆ ਵੀ ਹੈ? ਆਖੋ ਸਤਿਨਾਮ ਸ੍ਰੀ। ਮਨ ਸੁਖ ਜੀ ਚਰਨਾਂ ਤੇ ਢਹਿ ਕੇ ਮੱਥਾ ਟੇਕਦੇ ਆਏ, ਨੇਤਰ ਸਜਲ ਹੋਏ। ਆਖਿਆ ਗੁਰੂ ਬਾਬਾ ਕੇਵਲ ਨਾਂ ਦਾ ਹੀ ਮਨ ਸੁਖ ਆ, ਮਨ ਨੂੰ ਸੁਖ ਪ੍ਰਾਪਤ ਨਹੀਂ ਹੋਇਆ। ਇਸੇ ਤਾਂਘ ਕਰਕੇ ਤੁਹਾਡੀ ਸ਼ਰਨ 'ਚ ਆਇਆ ਹਾਂ। ਧੰਨ ਗੁਰੂ ਨਾਨਕ ਸਾਹਿਬ ਨੇ ਕਿਰਪਾ ਦੇ ਘਰ ਵਿੱਚ ਆ ਕੇ ਆਪਣੀ ਪਾਵਨ ਅੰਮ੍ਰਿਤਮਈ ਬਾਣੀ ਦਾ ਉਪਦੇਸ਼ ਭਾਈ ਮਨ ਸੁਖ ਨੂੰ ਦੇ ਕੇ ਕਿਰਤਾਰਥ ਕੀਤਾ। ਇੱਕ ਵਾਰ ਭਾਈ ਮਨ ਸੁਖ ਨੂੰ ਵਪਾਰ ਕਰਨ ਵਾਸਤੇ ਸਿੰਗਲਾ ਦੀਪ ਦੇ ਟਾਪੂ ਤੇ ਜਾਣਾ ਪੈਣਾ ਸੀ। ਜਾਣ ਤੋਂ ਪਹਿਲਾਂ ਗੁਰੂ ਆਗਿਆ ਲਈ ਸਤਿਗੁਰੂ ਜੀ ਨੇ ਆਖਿਆ, ਮਨ ਸੁਖ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਰੋਜ਼ ਤਿਆਰ ਕਰਕੇ ਅਰਦਾਸ ਕਰਕੇ ਦੇਗ ਵੰਡਣੀ। ਵੇਖੋ ਬਚਨਾਂ ਨਾਲ ਗੁਰੂ ਨਾਨਕ ਕੀ ਬਾਤ ਮੇ ਬਾਤ ਬਾਤ ਮੇ ਬਾਤ, ਜਿਹੜਾ ਕਿਹਾ ਸੀ ਨਾ ਭਾਈ ਭਗੀਰਥ ਨੂੰ ਵੀ ਇੱਕ ਰਾਤ ਤੋਂ ਵੱਧ ਨਾ ਰਹੀ, ਉਹਦੇ ਵਿੱਚ ਵੀ ਬਚਨ ਸੀ ਵੀ ਮਨ ਸੁਖ ਨੂੰ ਤਾਰਨਾ ਸੀ। ਮਨ ਸੁਖ ਨੂੰ ਬਚਨ ਕਰ ਰਹੇ ਨੇ ਵੀ ਇਹ ਬਚਨ ਤੂੰ ਪਾਲਣਾ, ਇਸ ਬਚਨ ਦੀ ਕਮਾਈ ਕਰਨੀ ਹੈ, ਕਿਉਂਕਿ ਸਿੰਗਲਾ ਦੀਪ ਦੇ ਟਾਪੂ ਦੇ ਲੋਕਾਂ ਦਾ ਉਧਾਰ ਇਸੇ ਬਚਨ ਨਾਲ ਹੋਣਾ ਸੀ। ਭਾਈ ਮਨ ਸੁਖ ਜੀ ਜਦੋਂ ਸਿੰਗਲਾ ਦੀਪ ਗਏ ਨਾ ਤੇ ਖਾਲਸਾ ਜੀ ਉੱਥੇ ਰਾਜਾ ਸ਼ਿਵਨਾਭ ਰਾਜ ਕਰਦਾ ਸੀ। ਉਹਨੇ ਇਕਾਦਸ਼ੀ ਦਾ ਵਰਤ ਰੱਖਿਆ ਹੋਇਆ ਤੇ ਸਾਰਾ ਸ਼ਹਿਰ ਵਰਤ ਰੱਖਦਾ ਸੀ। ਉਸ ਦਿਨ ਕੋਈ ਚੁੱਲ੍ਹੇ 'ਚ ਅੱਗ ਨਹੀਂ ਸੀ ਬਾਲਦਾ। ਭਾਈ ਮਨ ਸੁਖ ਨੇ ਸਵੇਰੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਬਚਨ ਪਾਲੇ, ਨਿਤਨੇਮ ਕਰਕੇ ਚੁੱਲ੍ਹਾ ਤਪਾਇਆ, ਆਪ ਆਪਣੇ ਹੱਥੀਂ ਦੇਗ ਤਿਆਰ ਕੀਤੀ। ਜਦੋਂ ਪ੍ਰਸ਼ਾਦ ਵੰਡਣ ਲੱਗੇ ਤੇ ਲੋਕ ਕਹਿੰਦੇ ਆ ਵੀ ਤੂੰ ਬਾਹਰੋਂ ਆਇਆ, ਤੈਨੂੰ ਪਤਾ ਨਹੀਂ ਅੱਜ ਦੇ ਦਿਨ ਤਾਂ ਸਾਡੇ ਸਾਰੇ ਸ਼ਹਿਰ 'ਚ ਕੋਈ ਚੁੱਲ੍ਹਾ ਨਹੀਂ ਤਪਾਉਂਦਾ, ਅੱਗ ਨਹੀਂ ਬਾਲਦਾ, ਤੂੰ ਇੱਥੇ ਕੜਾਹ ਪ੍ਰਸ਼ਾਦ ਤਿਆਰ ਕਰੀ ਬੈਠਾ। ਅਸੀਂ ਤਾਂ ਸਾਰੇ ਵਰਤ ਰੱਖਦੇ ਹਾਂ। ਭਾਈ ਮਨ ਸੁਖ ਜੀ ਕਹਿੰਦੇ ਆ ਸਾਡੇ ਗੁਰੂ ਨੇ ਸਾਨੂੰ ਨਿਤ ਦਾ ਵਰਤ ਰਖਾਇਆ। ਅਲਪ ਆਹਾਰ ਸੁਲਪ ਸੀ ਨਿੰਦਰਾ, ਇਹ ਵਰਤ ਸਤਿਗੁਰੂ ਜੀ ਨੇ ਸਾਨੂੰ ਨਿਤ ਦਾ ਰਖਾਇਆ ਹੋਇਆ। ਥੋੜਾ ਖਾਣਾ ਤੇ ਥੋੜਾ ਸਵਣਾ। ਕਹਿਣ ਲੱਗੇ ਚਲੋ ਰਾਜੇ ਸ਼ਿਵਨਾਭ ਕੋਲ ਪੇਸ਼ੀ ਹੈ ਤੁਹਾਡੀ, ਤੁਸੀਂ ਉਹਦੇ ਹੁਕਮ ਦੀ ਪਾਲਣਾ ਨਹੀਂ ਕੀਤੀ। ਰਾਜੇ ਸ਼ਿਵਨਾਭ ਨੂੰ ਜਦੋਂ ਜਾ ਕੇ ਮਿਲੇ, ਭਾਈ ਮਨ ਸੁਖ ਨਾਲ ਵਾਰਤਾਲਾਪ ਹੋਈ
उस वार्तालाप ਨੂੰ ਸੁਣਦਿਆਂ ਰਾਜਾ ਸ਼ਿਵਨਾਭ ਐਸਾ ਪ੍ਰਭਾਵਿਤ ਹੋਇਆ, ਕਹਿਣ ਲੱਗਾ ਮਨਸੁਖ ਚੱਲ ਮੈਨੂੰ ਵੀ ਨਾਲ ਲੈ ਚੱਲ, ਜਿਹੜੇ ਤੇਰੇ ਗੁਰੂ ਨੇ ਗੁਰੂ ਨਾਨਕ ਸਾਹਿਬ ਮੈਨੂੰ ਉਹਨਾਂ ਦੇ ਦਰਸ਼ਨ ਕਰਾ। ਭਾਈ ਮਨਸੁਖ ਕਹਿੰਦੇ ਹੇ ਰਾਜਾ ਤੂੰ ਇੱਥੇ ਬੈਠਾ ਆਰਾਧਨਾ ਕਰ, ਮੇਰੇ ਸਤਿਗੁਰੂ ਅੰਤਰਜਾਮੀ ਨੇ ਤੇਰੀ ਫਰਿਆਦ ਸੁਣ ਕੇ ਇੱਥੇ ਪਹੁੰਚ ਕੇ ਆ ਕੇ ਤੈਨੂੰ ਦਰਸ਼ਨ ਦੇਣਗੇ। ਮਨਸੁਖ ਨੇ ਬਚਨ ਪਾਲਿਆ, ਸਾਰਾ ਸਿੰਗਲਾ ਦੀਪ ਦਾ ਟਾਪੂ ਕਰਤਾਰਥ ਹੋ ਗਿਆ। ਰਾਜਾ ਸ਼ਿਵਨਾਭ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਉਡੀਕ ਕਰਨ ਲੱਗਾ। ਪਖੰਡੀਆਂ ਨੂੰ ਦਾਲ ਲੱਗ ਗਿਆ, ਉਹ ਆਪਣਾ ਨਾਮ ਨਾਨਕ ਕਹਾ ਕੇ ਆ ਕੇ ਰਾਜੇ ਸ਼ਿਵਨਾਭ ਨੂੰ ਮਿਲਣ। ਰਾਜਾ ਸ਼ਿਵਨਾਭ ਜਦੋਂ ਗੱਲਬਾਤ ਕਰਿਆ ਕਰੇ ਤੇ ਤਸੱਲੀ ਨਾ ਹੋਇਆ ਕਰੇ, ਉਹ ਕੋਈ ਲੋਭੀ ਆ ਜਾਏ, ਕੋਈ ਲਾਲਚੀ ਆ ਜਾਏ, ਕੋਈ ਪਖੰਡੀ ਆ ਜਾਏ। ਇੰਨੇ ਨੂੰ ਦੇਨ ਦੁਨੀਆ ਦੇ ਮਾਲਕ ਵੀ ਆ ਪਹੁੰਚੇ। ਇੱਕ ਸੁੱਕਾ ਬਾਗ ਸੀ, ਉਹਦੇ 'ਚ ਜਦੋਂ ਆ ਕੇ ਬੈਠੇ ਤੇ ਉਹ ਹਰਾ ਭਰਾ ਹੋ ਗਿਆ। ਰਾਜੇ ਸ਼ਿਵਨਾਭ ਤਾਈਂ ਖਬਰ ਪਹੁੰਚੀ, ਉਹਨੇ ਹੀਰੇ ਤੇ ਮੋਤੀਆਂ ਨਾਲ ਭਰੀਆਂ ਥਾਲਾਂ ਭੇਜੀਆਂ ਵੀ ਜੇ ਇਹਦੇ ਵਪਾਰੀ ਹੋਣਗੇ ਲੈ ਕੇ ਚਲੇ ਜਾਣਗੇ। ਮਠਿਆਈਆਂ ਭੇਜੀਆਂ, ਪਕਵਾਨ ਭੇਜੇ। ਸਤਿਗੁਰੂ ਆਖਿਆ ਇਹ ਸਾਡੇ ਕਿਸ ਕੰਮ ਦੇ। ਅਖੀਰ ਪਦਮਨੀ ਜਾਤੀ ਦੀਆਂ ਇਸਤਰੀਆਂ ਭੇਜੀਆਂ ਤੇ ਮੇਰੇ ਸਾਹਿਬ ਨੇ ਤਿਨਾਂ ਨੂੰ ਵੀ ਉਪਦੇਸ਼ ਦੇ ਕੇ ਤਿਨਾਂ ਦੇ ਤਪਦੇ ਹਿਰਦੇ ਸ਼ਾਂਤ ਕੀਤੇ। ਰਾਜਾ ਸ਼ਿਵਨਾਭ ਆਪ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ 'ਚ ਆ ਕੇ ਹਾਜ਼ਰ ਹੋਇਆ। ਮਹਾਰਾਜ ਖਿਮਾ ਮੰਗਦਾ, ਮੈਨੂੰ ਤੁਹਾਨੂੰ ਪਰਖਣ ਵਾਸਤੇ ਇੱਦਾਂ ਕੁਝ ਕਰਨਾ ਪਿਆ, ਦਇਆ ਕਰੋ ਮਹਾਰਾਜ, ਮੈਨੂੰ ਕਿਰਤਾਰਥ ਕਰੋ। ਸ਼ਿਵਨਾਭ ਨੂੰ ਦਰਸ਼ਨ ਦਿੱਤੇ। ਦਰਸ਼ਨ ਦੇਂਦਿਆਂ ਇੱਕਦਮ ਅਲੋਪ ਹੋ ਗਏ ਸਤਿਗੁਰੂ। ਸ਼ਿਵਨਾਭ ਜਿਵੇਂ ਮੱਛੀ ਨਹੀਂ ਤੜਫਦੀ ਪਾਣੀ ਬਿਨਾਂ, ਤੜਫਣ ਲੱਗਾ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ। ਬਾਗ ਵਿੱਚ ਕਦੇ ਸੱਜੇ ਦੌੜਦਾ, ਕਦੇ ਖੱਬੇ ਦੌੜਦਾ, ਦੌੜ ਦੌੜ ਕੇ ਹੱਫ ਗਿਆ, ਪਸੀਨੋ ਪਸੀਨੀ ਹੋ ਗਿਆ। ਸਤਿਗੁਰੂ ਜੀ ਕਿੱਥੇ ਚਲੇ ਗਏ, ਕਿੱਥੇ ਚਲੇ ਗਏ? ਆਖੀਰ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ। ਜਦੋਂ ਡਿੱਗਿਆ, ਇਹਦੇ ਡਿੱਗਣ ਦੀ ਦੇਰੀ ਸੀ, ਗੁਰੂ ਨਾਨਕ ਸਾਹਿਬ ਪ੍ਰਗਟ ਹੋ ਗਏ। ਮੱਥੇ ਤੇ ਚਰਨ ਛੁਆਇਆ, ਹੋਸ਼ ਵਿੱਚ ਆਇਆ, ਸਾਹਿਬ ਦੇ ਦਰਸ਼ਨ ਕੀਤੇ। ਆਖਿਆ ਸਾਹਿਬ ਕਿੱਥੇ ਚਲੇ ਗਏ ਸੋ? ਤੁਹਾਡੇ ਦਰਸ਼ਨ ਕਰਕੇ ਹਾਲੇ ਤਾਂ ਮੇਰਾ ਮਨ ਵੀ ਨਹੀਂ ਸੀ ਰੱਜਿਆ। ਇੱਥੇ ਜਨਮ ਸਾਖੀ ਦਾ ਕਰਤਾ ਇੱਕ ਬੜਾ ਸੁੰਦਰ ਸਿਧਾਂਤ ਵਿਅਕਤ ਕਰਦਾ ਹੈ ਕਿ ਜਦੋਂ ਗੁਰਸਿੱਖ ਆਪਣੇ ਸਾਰੇ ਹੀਲੇ ਵਸੀਲੇ, ਆਪਣੇ ਸਾਰੇ ਉਪਾਅ ਯਤਨ ਛੱਡ ਕੇ ਆਪਣੇ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਢਹਿ ਪੈਂਦਾ, ਸਿੱਖ ਦੇ ਢਹਿਣ ਦੀ ਦੇਰੀ ਹੈ, ਸਤਿਗੁਰੂ ਜੀ ਉਸੇ ਵਕਤ ਪ੍ਰਗਟ ਹੋ ਕੇ ਸਿੱਖ ਦੀ ਬਾਂਹ ਫੜ ਲੈਂਦੇ ਹਨ। ਮੇਲ ਲੈਹੋ ਦਇਆਲ ਢਹਿ ਪਏ ਦੁਆਰਿਆ। ਜਦੋਂ ਸਤਿਗੁਰਾਂ ਦੀ ਸ਼ਰਨ 'ਚ ਆ ਕੇ ਗੁਰਸਿੱਖ ਢਹਿ ਪੈਂਦਾ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੌੜੀ ਕਰਦੇ ਹਨ। ਅਨੇਕ ਜੀਵਾਂ ਨੂੰ ਕਿਰਤਾਰਥ ਕੀਤਾ। ਅਸਾਮ ਵਿੱਚ, ਬੰਗਾਲ ਵਿੱਚ, ਕਾਮਰੂ ਦੇਸ਼ ਵਿੱਚ, ਕਲਕੱਤੇ ਤੱਕ, ਜਗਨਨਾਥਪੁਰੀ ਤੱਕ, ਕਾਬਲ ਕੰਧਾਰ ਤੱਕ, ਮੱਕੇ ਤੇ ਮਦੀਨੇ ਤਾਈਂ, ਇੱਧਰ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਨੇਕਾਂ ਜੀਵਾਂ ਨੂੰ ਕਿਰਤਾਰਥ ਕਰਕੇ ਤਾਰਿਆ। ਇਹ ਉਹ ਧਰਤੀਆਂ ਨੇ ਜਿਨ੍ਹਾਂ ਬਾਰੇ ਅਸੀਂ ਜਾਣਦੇ ਹਾਂ। ਅਨੇਕਾਂ ਧਰਤੀਆਂ ਐਸੀਆਂ ਨੇ ਜਿਨ੍ਹਾਂ ਤੋਂ ਕੇਵਲ ਸਾਇੰਸ ਵਾਲੇ ਵੀ ਅੰਦਾਜ਼ਾ ਲਾਉਂਦੇ ਆ ਵੀ ਏਲੀਅਨ ਆਉਂਦੇ ਆ ਉੱਥੋਂ, ਪਰ ਉੱਥੇ ਤੱਕ ਪਹੁੰਚ ਨਹੀਂ ਸਕੇ। ਮੇਰੇ ਗੁਰੂ ਬਾਬੇ ਦੀ ਉੱਥੇ ਤੱਕ ਵੀ ਪਹੁੰਚ ਹੈ। ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਜਿਹੜੀਆਂ ਮੇਰੇ ਸਤਿਗੁਰਾਂ ਨੇ ਤਾਰੀਆਂ ਹਨ। ਚਲਦਿਆਂ ਚਲਦਿਆਂ ਸੁਮੇਰ ਪਰਬਤ 'ਤੇ ਪਹੁੰਚੇ। ਅੱਜ ਸਵੇਰੇ ਕਰਾਗੀ ਸਿੰਘ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਪੌੜੀ ਦਾ ਕੀਰਤਨ ਕਰ ਰਹੇ ਸੀ। ਸੁਣਦਿਆਂ ਸੁਣਦਿਆਂ ਮੇਰੀ ਸੁਰਤ ਵਿੱਚ ਉਸ ਪਾਵਨ ਪੰਕਤੀਆਂ ਦਾ ਧਿਆਨ ਇਸ ਤਰ੍ਹਾਂ ਚੱਲ ਰਿਹਾ ਸੀ ਕਿ ਸਿੱਧੀ ਮਨੀ ਵਿੱਚ ਮਨੈ ਵਿਚਾਰਿਆ ਕਿਵੇਂ ਦਰਸ਼ਨ ਲੇਵੈ ਇਹ ਬਾਲਾ। ਜਦੋਂ ਸਿੱਧਾਂ ਨਾਲ ਪਾਤਸ਼ਾਹ ਨੇ ਚਰਚਾ ਕੀਤੀ ਨਾ, ਗੋਸ਼ਟੀ ਹੋਈ, ਜਪਜੀ ਸਾਹਿਬ ਦੀ ਬਾਣੀ ਸਿੱਧਾਂ ਨਾਲ ਚਰਚਾ, ਸਿੱਧ ਗੋਸ਼ਟ ਦੀ ਬਾਣੀ ਸਿੱਧਾਂ ਨਾਲ ਚਰਚਾ। ਬੜੇ ਬੜੇ ਸਵਾਲ ਕਰਦੇ ਸੀ ਆ ਕੇ। ਭਾਈ ਮਰਦਾਨਾ ਜੀ ਕੋਲ ਬੈਠੇ, ਸਿੱਧ ਆਉਂਦੇ, ਵਿਚਾਰ ਕਰਦੇ, ਹਾਰ ਕੇ ਵਾਪਸ ਮੁੜ ਜਾਂਦੇ। ਫਿਰ ਦੂਜਾ ਆ ਜਾਂਦਾ,
ਉਹ ਆ ਕੇ ਚਰਚਾ ਕਰਦਾ, ਹਾਰ ਕੇ ਪਰਤ ਜਾਂਦਾ, ਫਿਰ ਤੀਜਾ ਆ ਜਾਂਦਾ। ਮਰਦਾਨਾ ਜੀ ਕਹਿੰਦੇ ਮਹਾਰਾਜ ਜੀ ਵੀ ਇਹਨਾਂ ਨੇ ਤਾਂ ਡਾਕ ਬੱਧੀ ਹੋਈ ਹੈ, ਇੱਕ ਜਾਂਦਾ ਇੱਕ ਆਉਂਦਾ, ਵੀ ਇਹਨਾਂ ਨਾਲ ਕਿੰਨਿਆਂ ਕੁ ਨਾਲ ਆਪਾਂ ਮਗਜਮਾਰੀ ਕਰੀਏ, ਵੀ ਤੁਸੀਂ ਮੈਨੂੰ ਆਗਿਆ ਦਿਓ। ਇਹਨਾਂ ਵਿੱਚੋਂ ਇੱਕ ਨੂੰ ਫੜ ਕੇ ਲੱਤਾਂ ਤੋਂ ਪੁੱਠਾ ਜਿਹਾ ਟੰਗਿਆ ਨਾ ਜਦੋਂ ਮੈਂ, ਬਾਕੀ ਆਪੇ ਹੀ ਨਹੀਂ ਆਉਣ ਲੱਗੇ ਇੱਧਰ। ਸਤਿਗੁਰੂ ਜੀ ਹੱਸਦਿਆਂ ਕਹਿੰਦੇ ਮਰਦਾਨਿਆ, ਇੱਥੇ ਸ਼ਬਦ ਨਾਲ ਚਰਚਾ ਚੱਲ ਰਹੀ ਹੈ, ਵਿਚਾਰ ਚੱਲ ਰਹੀ ਹੈ। ਜਦੋਂ ਸ਼ਸਤਰ ਦੀ ਲੋੜ ਪਵੇਗੀ ਉਦੋਂ ਸ਼ਸਤਰ ਵੀ ਚੁੱਕਾਂਗੇ, ਹਾਲੇ ਤਾਂ ਸ਼ਬਦ ਦੀ ਚਰਚਾ ਨਾਲ ਹੀ ਜਿੱਤਣਾ। ਜਦੋਂ ਸਾਰੇ ਸਿੱਧ ਜਿੱਤ ਲਏ ਨਾ, ਤੇ ਉਹ ਸਿੱਧ ਹੁਣ ਵਿਚਾਰ ਕਰਨ ਲੱਗੇ ਵੀ ਇਹੋ ਜਿਹਾ ਤੇਜ਼ ਤਰਾਰ ਦਿਮਾਗ ਵਾਲਾ ਬਾਲਕ ਜਿਹੜਾ ਸਾਡੇ ਕਿਸੇ ਵੀ ਸਵਾਲ ਦਾ ਜਵਾਬ ਦੇ ਦਿੰਦਾ, ਜੇ ਕਿਤੇ ਇਹ ਸਾਡੇ ਪੰਥ ਵਿੱਚ ਆ ਜਾਏ ਤੇ ਸਾਡੇ ਪੰਥ ਨੂੰ, ਯੋਗੀਆਂ ਦੇ ਪੰਥ ਨੂੰ 4 ਚੰਨ ਲੱਗ ਜਾਣ। ਐਸਾ ਜੋਗੀ ਕਲੀ ਮਾਹੇ ਹਮਾਰਾ ਪੰਥ ਕਰੈ ਉਜਿਆਲਾ, ਸਾਡੇ ਪੰਥ ਨੂੰ 4 ਚਾਨਣੇ ਲਾ ਦੇਗਾ, ਪ੍ਰਕਾਸ਼ ਕਰ ਦੇਗਾ ਸਾਡੇ ਪੰਥ ਦਾ। ਇਹਨੂੰ ਆਪਣੇ ਮੱਤ ਵਿੱਚ ਲਿਆਈਏ ਕਿਸੇ ਤਰੀਕੇ। ਕੀ ਕੀਤਾ, ਇੱਕ ਖੱਪਰ ਦਿੱਤਾ ਗੁਰੂ ਨਾਨਕ ਸਾਹਿਬ ਨੂੰ। ਇਸ ਪੌੜੀ ਦੀ ਕਥਾ ਬੜੇ ਧਿਆਨ ਨਾਲ ਸੁਣਿਓ। ਇੱਕ ਖੱਪਰ ਦਿੱਤਾ ਸਤਿਗੁਰਾਂ ਨੂੰ ਵੀ ਜਾਓ, ਲਾਗੇ ਇੱਕ ਤਲਾਬ ਹੈ, ਉੱਥੋਂ ਪਾਣੀ ਭਰ ਲਿਆਓ। ਸਤਿਗੁਰੂ ਜੀ ਖੱਪਰ ਲੈ ਕੇ ਜਦੋਂ ਉੱਥੇ ਪਹੁੰਚੇ, ਕੀ ਕੀਤਾ ਇਹਨਾਂ ਨੇ, ਉਹ ਜਿੰਨਾ ਤਲਾਬ ਸੀ ਨਾ, ਉਹ ਮੋਤੀਆਂ ਤੇ ਹੀਰਿਆਂ ਤੇ ਜਵਾਹਰਾਤਾਂ ਨਾਲ ਭਰ ਦਿੱਤਾ। ਸਤਿਗੁਰਾਂ ਵੇਖਿਆ, ਵੇਖ ਕੇ ਮੁਸਕਰਾ ਕੇ ਵਾਪਸ ਪਰਤਾ ਇਹ ਖਾਲੀ ਖੱਪਰ ਲੈ ਕੇ। ਯੋਗੀ ਨੂੰ ਆ ਕੇ ਆਖਿਆ, ਯੋਗੀ ਜੀ ਉੱਥੇ ਤਾਂ ਪਾਣੀ ਹੈ ਹੀ ਨਹੀਂ। ਸਿਧਾਂਤ ਕੀ ਹੈ? ਉਹ ਚਾਹੁੰਦੇ ਸੀ ਵੀ ਜਦੋਂ ਮੋਤੀ ਹੀਰੇ ਵਿਖਾਵਾਂਗੇ ਇਹਨਾਂ ਨੂੰ ਤੇ ਲਾਲਚ ਵਸ ਹੋ ਕੇ ਸਾਡਾ ਪੰਥ ਧਾਰਨ ਕਰ ਲੈਣਗੇ, ਸਾਡੇ ਮੱਤ ਵਿੱਚ ਆ ਜਾਣਗੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਝਾਲਾ ਕੌਣ ਝੱਲੇ? ਉਹ ਯੋਗੀ ਹੈਰਾਨ ਹੋ ਕੇ ਮਹਾਰਾਜ ਜੀ ਦੇ ਚਰਨੀ ਟਹਿ ਪਏ। ਇੱਥੋਂ ਸਿਧਾਂਤ ਕੀ ਹੈ? ਜਿਹੜੀਆਂ ਗੁਰੂ ਕੇ ਸਿੱਖਾਂ ਨੇ ਸ਼ਹੀਦੀਆਂ ਪਾਈਆਂ ਨੇ, 5ਵੇਂ ਪਾਤਸ਼ਾਹ ਤੱਤੀ ਤਵੀ ਤੇ ਬੈਠੇ ਨੇ, 9ਵੇਂ ਪਾਤਸ਼ਾਹ ਨੇ ਆਪਣਾ ਸੀਸ ਦਿੱਤਾ ਹੈ, ਸਾਹਿਬਜ਼ਾਦਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ, ਜਾਂ ਫਿਰ ਉਸ ਤੋਂ ਬਾਅਦ ਜਿਤਨੀਆਂ ਸ਼ਹੀਦੀਆਂ ਹੋਈਆਂ ਨੇ, ਉਹਨਾਂ ਸਭ ਦੇ ਆਦਰਸ਼ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿ ਦੁਨੀਆ ਦੇ ਕਿਸੇ ਲਾਲਚ ਵਸ ਹੋ ਕੇ ਆਪਣੇ ਧਰਮ ਦਾ ਤਿਆਗ ਨਹੀਂ ਕੀਤਾ। ਇਹ ਜਾਚ, ਇਹ ਸਿੱਖਿਆ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਸਿਖਾਈ ਹੈ ਕਿ ਉਹਨਾਂ ਦੇ ਦਿੱਤੇ ਲਾਲਚਾਂ ਵਸ ਉਹਨਾਂ ਦੇ ਕਈ ਪ੍ਰਕਾਰ, ਉਹਨਾਂ ਨੇ ਕਰਾਮਾਤਾਂ ਵਿਖਾ ਕੇ ਡਰਾਉਣਾ ਵੀ ਚਾਹਿਆ ਸੀ ਸਤਿਗੁਰਾਂ ਨੂੰ। ਉਹਨਾਂ ਦੇ ਡਰਾਵਿਆਂ ਨਾਲ, ਉਹਨਾਂ ਦੇ ਦਿੱਤੇ ਲਾਲਚਾਂ ਨਾਲ ਮਹਾਰਾਜ ਜੀ ਉਹਨਾਂ ਦੇ ਮੱਤ ਵਿੱਚ ਨਹੀਂ ਗਏ। ਤੇ ਅੱਜ ਸਾਡੇ ਕਈ ਵੀਰ ਸਿਰਫ ਇੰਨਾ ਕੁ ਲਾਲਚ ਵੇਖਦੇ ਆ ਕਿ ਸਾਡੇ ਬੱਚਿਆਂ ਨੂੰ ਸਕੂਲ 'ਚ ਪੜ੍ਹਾਈ ਫ੍ਰੀ ਕਰਾਉਣਗੇ, ਕਿਤੇ ਨੌਕਰੀ ਦੇ ਦੇਣਗੇ, ਚਲੋ ਜੀ ਬਣ ਜਾਓ ਇਹਨਾਂ ਵਰਗੇ। ਤੇ ਬਾਅਦ 'ਚ ਕਹਿੰਦੇ ਜੀ ਤੁਸੀਂ ਸਾਡੀ ਸਿੱਖਾਂ ਨੇ ਸਾਡੀ ਸਾਰ ਨਹੀਂ ਲਈ, ਅਸੀਂ ਤਾਂ ਇੱਧਰ ਚੱਲੇ ਹਾਂ। ਮੈਨੂੰ ਨਾਂ ਲੈਣ ਦੀ ਲੋੜ ਨਹੀਂ, ਤੁਸੀਂ ਆਪੇ ਸਮਝ ਜਾਓਗੇ ਵੀ ਮੈਂ ਕਿਹਨਾਂ ਦੀ ਗੱਲ ਕਰਦਾ। ਇਹ ਧਰਮ ਤਬਦੀਲ ਕੀਤਾ ਜਾ ਰਿਹਾ ਅੱਜ ਦੇ ਸਮੇਂ ਵਿੱਚ ਲਾਲਚ ਦੇ ਕਰਕੇ। ਉਹ ਗੁਰੂ ਨਾਨਕ ਦਾ ਸਿੱਖ ਨਹੀਂ ਜਿਹੜਾ ਲਾਲਚ ਵਸ ਹੋ ਕੇ ਆਪਣੇ ਧਰਮ ਦਾ ਤਿਆਗ ਕਰ ਦੇ। ਇੱਥੇ ਤਾਂ 7 ਸਾਲ ਤੇ 9 ਸਾਲ ਦੇ ਬੱਚਿਆਂ ਨੇ ਸੂਬਿਆਂ ਦੀਆਂ ਧੀਆਂ ਦੇ ਡੋਲੇ ਤੱਕ ਮੋੜ ਦਿੱਤੇ, ਪਰ ਆਪਣੇ ਧਰਮ ਦਾ ਤਿਆਗ ਨਹੀਂ ਕੀਤਾ। ਅਸੀਂ ਉਹਨਾਂ ਦੇ ਵਾਰਸ ਹਾਂ। ਐਸੇ ਦੀਨ ਦੁਨੀਆ ਦੇ ਮਾਲਕ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੂਰੇ ਸੰਸਾਰ ਦਾ ਭਰਮਣ ਕਰਕੇ ਅਨੇਕਾਂ ਜੀਵਾਂ ਦੀ ਕਲਿਆਣ ਕੀਤੀ। ਗੁਰੂ ਨਾਨਕ ਸਾਹਿਬ ਦੇ ਨਾਲ ਵੱਜਣੇ ਵਾਲੀ ਰਬਾਬ ਅਖੀਰ ਨੂੰ ਨਗਾਰੇ ਦਾ ਰੂਪ ਧਾਰਨ ਕਰ ਗਏ। ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਹੱਥ ਵਿੱਚ ਫੜਿਆ ਆਸਾ ਸ਼੍ਰੀ ਸਾਹਿਬ ਬਣਿਆ, ਜਿਹੜਾ ਜ਼ੁਲਮ ਤੇ ਜ਼ਾਲਮ ਦੇ ਖਿਲਾਫ ਖੜਨ ਵਾਸਤੇ ਉਹ ਸ਼੍ਰੀ ਸਾਹਿਬ ਸੱਚੇ ਪਾਤਸ਼ਾਹ ਨੇ ਧਾਰਨ ਕੀਤੀ। ਸਿਧਾਂਤ ਉਹੀ ਚੱਲ ਰਹੇ ਨੇ ਗੁਰੂ ਨਾਨਕ ਸਾਹਿਬ ਤੋਂ ਹੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਸਾਰੀ ਫਿਲੋਸਫੀ, ਜਿਹੜੀ ਸਾਰਾ ਸਿਧਾਂਤ ਹੈ, ਅੱਗੇ ਆਪਣੇ ਵਾਰਸਾਂ ਨੂੰ ਦਿੱਤਾ ਕਿ ਕਿਵੇਂ ਆਪਣੇ ਹੱਕ ਲੈਣੇ ਨੇ, ਔਰ ਹੱਕ ਲੈਣ ਵਾਸਤੇ ਕਿਵੇਂ ਤੁਸੀਂ ਆਪਣੇ ਸਿਰਰ ਦੀ ਪਾਲਣਾ ਕਰਨੀ ਹੈ। ਉਹ ਸਿਰਰ ਧੰਨ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਰੱਖ ਕੇ ਵਿਖਾਇਆ। ਸਿਰਰ ਦਿਆ, ਸੀਸ ਦਿਆ
ਪਰ ਸਿਰਰ ਨਾ ਦਿਆ। ਸਿਰਰ, ਸਿਰਰ ਕਿਹਨੂੰ ਕਹਿੰਦੇ? ਨਿਸ਼ਚਾ। ਉਹ ਸਿਰਰ ਨੂੰ ਕਿਵੇਂ ਪਾਲਣਾ ਹੈ? ਉਹ ਸਾਡੇ ਕਿਸਾਨ ਵੀਰਾਂ ਨੇ ਪੂਰੇ 1 ਸਾਲ ਤੋਂ ਪਾਲਿਆ ਤੇ ਅੱਜ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਕਿਰਪਾ ਵਰਤੀ ਹੈ। ਇਹ ਸਿਹਰਾ ਪੰਜਾਬ ਦੇ ਵਿੱਚ ਵਸਣ ਵਾਲੇ ਗੁਰੂ ਨਾਨਕ ਦੇ ਸਿੱਖਾਂ ਦੇ ਸਿਰਾਂ ਦੇ ਉੱਤੇ ਹੈ ਕਿ ਉਹ ਕਿਸਾਨੀ ਬਿੱਲ ਰੱਦ ਕਰਨ ਦੇ ਅੱਜ ਐਲਾਨ ਹੋ ਗਏ ਨੇ। ਐਲਾਨ ਹੋਇਆ, ਪਰ ਅਸਲੀਅਤ ਵਾਸਤਵਿਕ ਰੂਪ ਵਿੱਚ ਜਾਮਾ ਜਦੋਂ ਉਹਨੂੰ ਪਵਾਇਆ ਜਾਏਗਾ ਅਸੀਂ ਤਾਂ ਉਸ ਦਿਨ ਹੀ ਮੰਨਾਂਗੇ ਨਾ। ਜਿਸ ਦਿਨ ਸੈਸ਼ਨ ਦੇ ਸੱਦ ਕੇ ਉਹਦੇ ਵਿੱਚ ਉਸ ਨੂੰ ਮਤਾ ਪਾ ਕੇ ਕੈਂਸਲ ਕੀਤਾ ਜਾਏਗਾ। ਉਹ ਵੀ ਗੁਰੂ ਨਾਨਕ ਸਾਹਿਬ ਦੀ ਇਹ ਕਿਰਪਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪਣਿਆਂ ਸੇਵਕਾਂ ਨੂੰ ਆਪਣੇ ਹੱਕ ਲੈਣ ਦੀ ਜਾਚ ਸਿਖਾਈ ਹੈ। ਸਿਰਰ ਕਿਵੇਂ ਪਾਲੀਦਾ, ਉਹ ਸਿਰਰ ਕਿਵੇਂ ਰੱਖੀਦਾ, ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਿੱਖਾਂ ਨੂੰ ਬਖਸ਼ਿਸ਼ ਕੀਤੀ ਹੈ। ਉਸ ਸਿਰਰ ਦੀ ਪਾਲਣਾ ਕਰਨ ਵਾਲੇ ਅਸੀਂ ਗੁਰੂ ਨਾਨਕ ਸਾਹਿਬ ਦੇ ਸੇਵਕ ਹਾਂ। ਗੁਰੂ ਪਾਤਸ਼ਾਹ ਕਿਰਪਾ ਕਰਨ, ਸਾਨੂੰ ਆਪਣੇ ਚਰਨਾਂ ਦੀ ਪ੍ਰੀਤੀ ਭੈ ਭਾਵਨੀ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਸਤਿਗੁਰਾਂ ਦੇ ਪੁਰਬ ਮਨਾਉਣ ਦਾ ਚਾਅ ਤੇ ਉਤਸ਼ਾਹ ਸਾਡੇ ਹਿਰਦਿਆਂ ਵਿੱਚ ਬਣਿਆ ਰਹੇ। ਲਾਗ ਤੇ ਦੀਵਾਨ ਰਹੈ, ਗਾਵ ਤੇ ਸੁਜਾਨ ਰਹੈ, ਝੂਲ ਤੇ ਨਿਸ਼ਾਨ ਰਹੈ। ਪੰਥ ਮਹਾਰਾਜ ਕੇ ਕੋਟਾਨ ਕੋਟ ਧੰਨਵਾਦ। ਸ਼ੁਕਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਮਹਾਂਪੁਰਸ਼ ਸੰਤ ਬਾਬਾ ਰਣਜੋਧ ਸਿੰਘ ਜੀ ਦਾ ਔਰ ਭਾਈ ਸਾਹਿਬ ਭਾਈ ਹਰਦੀਪ ਸਿੰਘ ਜੀ ਦਾ, ਸਮੂਹ ਜਥੇ ਦਾ, ਸਾਰੇ ਸਿੰਘਾਂ ਦਾ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।